Activity 1. Write down the word meaning. Activity 1. First is merchant. Merchant. That is merchant. Vapari. Merchant. Vapari. Adventurous. Sahasi. Explorer. Mean discoverer. Khoji. Explorer means discoverer. Khoji. Karwa. A group of people. Kafla. लोकां दा group. Kafla. Fascinated. Attracted या charmed. आकर्षित होया. Grandness meaning glory. शानदार. Luxury. Richness. अमीरी. विलासता. Spy means secret agent, मतलब जासूस. Translated means अनुवाद करना, ट्रांसलेशन करना. Inspired means encourage करना, किसी नू प्रभावित करना. These are the word meaning. Chapter 1 Marco Polo. Okay, now let's read the chapter. You can see the picture of Marco Polo. Here is Marco Polo. Okay, Marco Polo was a merchant and adventurer. Marco Polo ਇੱਕ ਕੀ ਸੀ? ਵਪਾਰੀ ਸੀ. ਮਰਚੈਂਟ ਕੀ ਹੁੰਦਾ? ਵਪਾਰੀ. ਐਂਡ ਐਨ ਐਡਵੈਂਚਰਰ ਇੱਕ ਸਾਹਸੀ ਇਨਸਾਨ ਸੀ. ਹੀ ਟਰੈਵਲਡ ਵਿਦ ਹਿਜ਼ ਫਾਦਰ. ਉਸਨੇ ਆਪਣੇ ਪਿਤਾ ਨਾਲ ਯਾਤਰਾ ਕੀਤੀ. ਐਂਡ ਅੰਕਲ ਅਤੇ ਆਪਣੇ ਅੰਕਲ ਨਾਲ. ਫਰੋਮ ਵੈਨਿਸ ਟੂ ਚਾਈਨਾ. ਵੈਨਿਸ ਤੋਂ ਲੈ ਕੇ ਚਾਈਨਾ ਤੱਕ. ਵੈਨਿਸ ਕਿੱਥੇ ਹੈ ਬੇਟਾ? ਇਟਲੀ 'ਚ. ਮਾਰਕੋ ਪੋਲੋ ਸਪੈਂਡ 17 ਈਅਰ ਇਨ ਚਾਈਨਾ. ਮਾਰਕੋ ਪੋਲੋ ਨੇ 17 ਸਾਲ ਚਾਈਨਾ ਵਿੱਚ ਬਿਤਾਏ. ਬਿਫੋਰ ਰਿਟਰਨਿੰਗ ਟੂ ਵੈਨਿਸ. ਵੈਨਿਸ 'ਚ ਵਾਪਸ ਆਉਣ ਤੋਂ ਪਹਿਲਾਂ. Let us read and learn more about his adventurer explorer. आओ ਉਹਦੀਆਂ ਸਾਹਸੀ ਖੋਜਾਂ ਬਾਰੇ ਹੋਰ ਪੜ੍ਹੀਏ. Long ago. ਲੰਬੇ ਸਮੇਂ ਦੀ ਗੱਲ ਹੈ. When there were no planes and trains. ਜਦੋਂ ਕੋਈ ਵੀ ਨਾ ਤਾਂ ਜਹਾਜ਼ ਹੁੰਦੇ ਸੀ ਨਾ ਹੀ ਟ੍ਰੇਨਸ ਹੁੰਦੀਆਂ ਸੀ. No cars and buses. ਕੋਈ ਵੀ ਕਾਰ ਨਹੀਂ ਹੁੰਦੀ ਸੀ, ਬੱਸ ਨਹੀਂ ਹੁੰਦੀ ਸੀ. People had to travel to other countries. ਲੋਕਾਂ ਨੂੰ ਦੂਸਰੀਆਂ ਕੰਟਰੀਜ਼ ਦਾ ਟਰੈਵਲ ਕਰਨਾ ਪੈਂਦਾ ਸੀ, ਯਾਤਰਾ ਕਰਨੀ ਪੈਂਦੀ ਸੀ. ਬਾਏ ਸ਼ੀਪ ਨਾਲ, ਜਹਾਜ਼ ਨਾਲ, ਔਰ ਕਾਰਵਾਂ ਜਾਂ ਕਾਫਲਿਆਂ ਦੇ ਵਿੱਚ. ਮਾਰਕੋ ਪੋਲੋ ਵਾਸ ਵਨ ਸੱਚ ਟਰੈਵਲਰ. ਮਾਰਕੋ ਪੋਲੋ ਇੱਕ ਇਸ ਤਰ੍ਹਾਂ ਦਾ ਹੀ ਯਾਤਰੀ ਸੀ. who went to many countries. ਜਿਹੜਾ ਬਹੁਤ ਜ਼ਿਆਦਾ ਦੇਸ਼ਾਂ ਦੇ ਵਿੱਚ ਗਿਆ. because ਕਿਉਂਕਿ he wanted to learn about the people. ਕਿਉਂਕਿ ਉਹ ਲੋਕਾਂ ਬਾਰੇ ਜਾਣਨਾ ਚਾਹੁੰਦਾ ਸੀ. their food habits. ਉਹਨਾਂ ਦੀ ਖਾਣ ਦੀਆਂ ਆਦਤਾਂ ਬਾਰੇ ਜਾਣਨਾ ਚਾਹੁੰਦਾ ਸੀ. and their culture. ਅਤੇ ਉਹਨਾਂ ਦੇ ਕਲਚਰ ਮਤਲਬ ਸੱਭਿਆਚਾਰ ਬਾਰੇ ਜਾਣਨਾ ਚਾਹੁੰਦਾ ਸੀ. ਮਾਰਕੋ ਪੋਲੋ was born in Venice in 1254. ਮਾਰਕੋ ਪੋਲੋ ਦਾ ਜਨਮ ਕਦ ਕਿੱਥੇ ਹੋਇਆ? ਵੈਨਿਸ ਦੇ ਵਿੱਚ. ਕਿੱਥੇ ਹੋਇਆ? ਵੈਨਿਸ ਦੇ ਵਿੱਚ ਹੋਇਆ 1254 ਈਸਵੀ ਦੇ ਵਿੱਚ. when he was 17. ਜਦੋਂ 17 ਸਾਲ ਦਾ ਹੋਇਆ. he set out on his first voyage with his father. ਉਸਨੇ ਆਪਣੀ ਸਭ ਤੋਂ ਪਹਿਲਾਂ ਫਸਟ ਵੋਏਜ ਯਾਤਰਾ ਸ਼ੁਰੂ ਕੀਤੀ ਕਿਹਦੇ ਨਾਲ? ਆਪਣੇ ਪਿਤਾ ਦੇ ਨਾਮ. ਪਿਤਾ ਦਾ ਨਾਮ ਸੀ ਨਿਕੋਲੋ. ਐਂਡ ਹਿਜ਼ ਅੰਕਲ ਮੈਫਿਓ. ਅਤੇ ਉਹਨਾਂ ਦੇ ਅੰਕਲ ਮੈਫਿਓ ਨਾਲ. ਹੀ ਵਾਂਟਿਡ ਟੂ ਵਿਜ਼ਿਟ ਚਾਈਨਾ. ਉਹ ਚਾਈਨਾ ਜਾਣਾ ਚਾਹੁੰਦਾ ਸੀ. ਟੂ ਫਾਈਂਡ ਆਊਟ. ਲੱਭਣ ਲਈ. ਅਬਾਊਟ ਦਾ ਕੰਟਰੀ. ਦੇਸ਼ ਨੂੰ. ਐਂਡ ਇਟਸ ਪੀਪਲ. ਅਤੇ ਲੋਕਾਂ ਨੂੰ. ਇਟ ਟੁੱਕ ਹਿਮ 3 years ਟੂ ਰੀਚ ਚਾਈਨਾ. ਚਾਈਨਾ ਪਹੁੰਚਣ 'ਚ ਕਿੰਨੇ ਸਾਲ ਲੱਗੇ ਉਹਨੂੰ? 3 ਸਾਲ. ਤੁਸੀਂ ਇਹ ਦੇਖੋ ਵੀ ਕਿੰਨੀ ਮਤਲਬ ਕਿੰਨਾ ਐਡਵੈਂਚਰਸ ਸੀਗਾ ਵੀ 3 ਸਾਲ ਲਗਾਤੇ ਉਹਨੇ ਚਾਈਨਾ ਪਹੁੰਚਣ ਵਾਸਤੇ ਬੇਟਾ.
ਅਲੋਂਗ ਦਾ ਵੇ ਹੀ ਵਿਜ਼ਿਟਡ ਮੈਨੀ ਗ੍ਰੇਟ ਸਿਟੀਜ਼, ਰਸਤੇ ਦੇ ਵਿੱਚ ਉਹ ਕਈ ਮਹਾਨ ਸਿਟੀਜ਼ ਦੇ ਵਿੱਚ ਗਿਆ ਐਂਡ ਸਾ ਮੈਨੀ ਸਾਈਟਸ, ਤੇ ਕਈ ਹੋਰ ਨਜ਼ਾਰੇ ਦੇਖੇ ਇਨਕਲੂਡਿੰਗ ਦਾ ਹੋਲੀ ਸਿਟੀ ਆਫ ਜੈਰੂਸਲਮ, ਜੈਰੂਸਲਮ ਦੀ ਪਵਿੱਤਰ ਦੇਸ਼ ਨੂੰ ਵੀ ਉਹਨੇ ਵਿਜ਼ਿਟ ਕੀਤਾ। ਹੀ ਆਲਸੋ ਸਾ ਦਾ ਮਾਊਂਟੇਨਸ ਆਫ ਹਿੰਦੂ ਕੁਸ਼, ਉਸਨੇ ਹੋਰ ਵੀ ਮਾਊਂਟੇਨਸ ਦੇਖੀਆਂ। ਮਾਊਂਟੇਨਸ ਕੀ ਹੁੰਦੀਆਂ ਨੇ? ਪਹਾੜ ਦੇਖੇ। ਆਫ ਹਿੰਦੂ ਕੁਸ਼, ਪਰਸ਼ੀਆ ਐਂਡ ਗੋਬੀ ਡੈਜ਼ਰਟ, ਗੋਬੀ ਡੈਜ਼ਰਟ ਹੈ, ਗੋਬੀ ਮਾਰੂਥਲ ਵੀ ਦੇਖਿਆ। ਹੀ ਮੈਟ ਅ ਲੋਟ ਆਫ ਡਿਫਰੈਂਟ ਪੀਪਲ, ਉਹ ਕਈ ਲੋਕਾਂ ਨੂੰ ਮਿਲਿਆ ਐਂਡ ਹੈਡ ਮੈਨੀ ਐਡਵੈਂਚਰਰ, ਅਤੇ ਕਈ ਤਰ੍ਹਾਂ ਦੇ ਉਸਨੇ ਐਡਵੈਂਚਰਰ ਕੰਮ ਕੀਤੇ। The wealth and the luxury of Chinese cities impressed Marco Polo. ਚਾਈਨਾ ਦੀ ਵੈਲਥ, ਅਮੀਰੀ ਨੇ ਤੇ ਸ਼ਾਨੋ ਸ਼ੌਕਤ ਵਾਲੇ ਜੀਵਨ ਨੇ ਮਾਰਕੋ ਪੋਲੋ ਨੂੰ ਬਹੁਤ ਪ੍ਰਭਾਵਿਤ ਕੀਤਾ। He was fascinated by the grandness and the greatness of ਕੁਬਲਈ ਖਾਨਸ ਕੋਟ, ਉਹ ਕੁਬਲਈ ਖਾਨ ਕੋਟ ਦੀ ਮਹਾਨਤਾ ਨੂੰ, ਗ੍ਰੈਂਡਨੈਸ ਨੂੰ ਮਤਲਬ ਦੇਖ ਕੇ ਉਹ ਬਹੁਤ ਜ਼ਿਆਦਾ ਕੀ ਹੋਇਆ? ਪ੍ਰਭਾਵਿਤ ਹੋਇਆ। ਕਿਹਨੂੰ ਦੇਖ ਕੇ? ਕੁਬਲਈ ਖਾਨ ਦੀ ਕੋਟ ਨੂੰ। ਥੀਸ ਆਰ ਦਾ MCQs, ਓਕੇ। ਇਟ ਵਾਜ਼ ਨਥਿੰਗ ਲਾਈਕ ਹੀ ਹੈਡ ਐਕਸਪੀਰੀਅੰਸਡ ਇਨ ਯੂਰਪ, ਉਸਨੇ ਜਿਹੜਾ ਯੂਰਪ 'ਚ ਤਜਰਬਾ ਕੀਤਾ ਸੀ ਇਹ ਉਹਦੇ ਵਰਗਾ ਹੀ ਲੱਗਿਆ ਉਹਨੂੰ, ਬਿਲਕੁਲ ਵੀ ਨਹੀਂ ਸੀ ਉਹਦੇ ਵਰਗਾ, ਨਹੀਂ ਸੀ, ਨਥਿੰਗ ਆ ਗਿਆ। ਬਿਲਕੁਲ ਜਿਹੜਾ ਯੂਰਪ 'ਚ ਨੇ ਐਕਸਪੀਰੀਅੰਸ ਤਜਰਬਾ ਕੀਤਾ ਸੀ ਉਹਦੇ ਨਾਲ ਬਿਲਕੁਲ ਵੀ ਨਹੀਂ ਮਿਲਦਾ ਸੀ। ਦ ਕੈਪੀਟਲ ਸਿਟੀ ਆਫ ਕਿਨਸੇ ਵਾਜ਼ ਲਾਰਜ, ਜਿਹੜੀ ਕੈਪੀਟਲ ਸਿਟੀ ਸੀ ਕਿਨਸੇ ਦੀ ਉਹ ਵੱਡੀ ਸੀ, ਬਟ ਵੈਲ ਔਰਗਨਾਈਜ਼ਡ, ਪਰ ਪੂਰੀ ਤਰ੍ਹਾਂ ਔਰਗਨਾਈਜ਼ ਪ੍ਰਬੰਧ ਕੀਤਾ ਹੋਇਆ ਸੀ, ਪੂਰੀ ਤਰ੍ਹਾਂ ਸੈੱਟ ਕੀਤੀ ਹੋਈ ਸੀ, ਐਂਡ ਕਲੀਨ, ਸਾਫ ਸੀ। ਦ ਰੋਡਸ ਵਰ ਵਾਈਡ, ਜਿਹੜੀ ਸੜਕਾਂ ਸੀ ਉਹ ਚੌੜੀਆਂ ਸਨ। All this was well beyond anything he had experienced in Venice. ਇਹ ਸਾਰੀਆਂ ਜਿਹੜੀਆਂ ਉਹਨੇ ਵੈਨਿਸ 'ਚ ਤਜਰਬੇ ਕੀਤੇ ਸੀ, ਵੈਨਿਸ ਦੇ ਵਿੱਚ ਜਿਹੜਾ ਕੁਝ ਵੀ ਉਹਨੇ ਦੇਖਿਆ ਸੀ ਉਹ ਉਸ ਤੋਂ ਵੀ ਬਹੁਤ ਜ਼ਿਆਦਾ ਉੱਪਰ ਦਾ ਸੀ, ਵੈਲ ਬਿਯੋਂਡ, ਬਹੁਤ ਜ਼ਿਆਦਾ ਵਧੀਆ ਸੀ। Everything from the food to the people to the animals, ਸਾਰਾ ਐਵਰੀਥਿੰਗ ਫਰੋਮ ਦਾ ਫੂਡ, ਸਾਰਾ ਕੁਝ ਸ਼ੁਰੂ ਭੋਜਨ ਤੋਂ ਹੀ ਸ਼ੁਰੂ ਕਰ ਲਓ, ਕਹਿੰਦੇ ਟੂ ਦਾ ਪੀਪਲ ਟੂ ਦਾ ਐਨੀਮਲ, ਲੋਕਾਂ ਦੇ ਭੋਜਨ ਤੋਂ ਲੈ ਕੇ ਜਾਨਵਰਾਂ ਤੱਕ ਦੇ ਭੋਜਨ ਤੱਕ, ਲਾਈਕ ਔਰੈਂਗੂਟਨਸ ਐਂਡ ਰਾਈਨੋਸ। ਔਰੈਂਗੂਟਨਸ ਹੁੰਦੇ ਨੇ ਬੇਟਾ ਗੁਰੀਲੇ, ਕੀ ਹੁੰਦੇ ਨੇ? ਗੁਰੀਲੇ, ਕਾਲੇ ਕਾਲੇ ਜਿਹੇ ਨਹੀਂ ਹੁੰਦੇ, ਕਈ ਵਾਰ ਆਪਾਂ YouTube ਵਗੈਰਾ ਤੇ ਦੇਖਦੇ ਹਾਂ ਵੱਡੇ ਵੱਡੇ ਗੁਰੀਲੇ ਜੇ, ਹਾਂ, ਦੇ ਆਰ ਨੋਟ ਮੰਕੀਜ਼, ਓਕੇ, ਦੇ ਆਰ ਗੁਰੀਲਾਸ, ਔਰੈਂਗੂਟਨਸ, ਓਕੇ। ਐਂਡ ਰਾਈਨੋ ਕੀ ਹੁੰਦਾ ਬੇਟਾ? ਗੈਂਡਾ, ਠੀਕ ਹੈ ਜੀ। ਵਰ ਨਿਊ ਐਂਡ ਇੰਟਰਸਟਿੰਗ, ਇਹ ਉਹਦੇ ਵਾਸਤੇ ਨਵੇਂ ਸੀ ਤੇ ਬਹੁਤ ਜ਼ਿਆਦਾ ਦਿਲਚਸਪ ਸੀ। ਮਾਰਕੋ ਪੋਲੋ ਲਿਵਡ ਇਨ ਚਾਈਨਾ ਫॉर ਮੈਨੀ ਈਅਰਸ, ਮਾਰਕੋ ਪੋਲੋ ਚਾਈਨਾ ਦੇ ਵਿੱਚ ਕਾਫੀ ਸਾਲ ਰਿਹਾ ਐਂਡ ਲਰਨ ਟੂ ਸਪੀਕ ਦਾ ਲੋਕਲ ਲੈਂਗੁਏਜ, ਤੇ ਉਹਨੇ ਉੱਥੋਂ ਦੀ ਲੋਕਲ ਲੈਂਗੁਏਜ, ਉੱਥੋਂ ਦੀ ਜਨਤਕ ਭਾਸ਼ਾ, ਉੱਥੋਂ ਦੀ ਲੋਕਲ ਭਾਸ਼ਾ ਸਿੱਖੀ। ਹੀ ਟਰੈਵਲ ਥਰੂ ਆਊਟ ਚਾਈਨਾ, ਉਹ ਚਾਈਨਾ ਦੇ ਵਿੱਚ ਕਾਫੀ ਟਾਈਮ ਦੇ ਵਿੱਚ ਉਹਨੇ ਕੀ ਕੀਤਾ? ਚਾਈਨਾ ਦਾ ਦੌਰਾ ਕੀਤਾ, ਪੂਰੇ ਚਾਈਨਾ ਦਾ। ਹੀ ਸਰਵਡ ਐਜ਼ ਅ ਮੈਸੇਂਜਰ ਐਂਡ ਸਪਾਈ ਫॉर ਦ ਐਂਪਰਰ, ਉਹ ਸ਼ਾਸਕਾਂ ਲਈ, ਐਂਪਰਰ ਹੁੰਦੇ ਨੇ ਸ਼ਾਸਕ, ਰਾਜੇ ਵਗੈਰਾ, ਉਹਦੇ ਲਈ ਉਹ ਮੈਸੇਂਜਰ, ਸੰਦੇਸ਼ਵਾਹਕ, ਮੈਸੇਂਜਰ ਹੁੰਦਾ ਬੇਟਾ ਸੰਦੇਸ਼ਵਾਹਕ, ਅਤੇ ਸਪਾਈ, ਜਾਸੂਸ ਦੇ ਤੌਰ ਤੇ ਉਹਨੇ ਕੀ ਕੀਤਾ? ਕੰਮ ਵੀ ਕੀਤਾ। ਹੀ ਵਿਜ਼ਿਟਡ ਅ ਲੋਟ ਆਫ ਕੰਟਰੀਜ਼ ਇਨ ਵੈਸਟਰਨ ਏਸ਼ੀਆ, ਉਸਨੇ ਵੈਸਟਰਨ ਏਸ਼ੀਆ ਦੀ ਕਈ ਕੰਟਰੀਜ਼ ਦੇ ਵਿੱਚ ਯਾਤਰਾ ਕੀਤੀ, ਨਾਰਥ ਅਮਰੀਕਾ 'ਚ ਯਾਤਰਾ ਕੀਤੀ ਐਂਡ ਸਾਊਦਰਨ ਯੂਰਪ 'ਚ ਵੀ ਯਾਤਰਾ ਕੀਤੀ। ਡਿਊਰਿੰਗ ਦਿਸ ਵਿਜ਼ਿਟਸ ਹੀ ਲਰਨਡ ਅਬਾਊਟ ਡਿਫਰੈਂਟ ਕਲਚਰਸ, ਇਹਨਾਂ ਸਾਰੀਆਂ ਯਾਤਰਾਵਾਂ ਦੇ ਵਿੱਚ ਉਹਨੇ ਅਲੱਗ-ਅਲੱਗ ਪ੍ਰਕਾਰ ਦੇ ਕਲਚਰ, ਮਤਲਬ ਸੱਭਿਅਤਾਵਾਂ ਸਿੱਖਣ ਨੂੰ ਮਿਲੀਆਂ, ਫੂਡ ਦੇਖਣ ਨੂੰ ਮਿਲੇ, ਪੀਪਲ ਦੇਖਣ ਨੂੰ ਮਿਲੇ। ਹੀ ਸਾ ਮੈਨੀ ਪਲੇਸਿਸ, ਉਹਨੇ ਕਈ ਜਗ੍ਹਾ ਦੇਖੀਆਂ, ਐਂਡ ਥਿੰਗਸ, ਕਈ ਚੀਜ਼ਾਂ ਦੇਖੀਆਂ, ਦੈਟ ਨੋਬਡੀ ਫਰੋਮ ਯੂਰਪ ਹੈਵ ਐਵਰ ਸੀਨ ਬਿਫੋਰ, ਜਿਹੜੇ ਯੂਰਪ ਤੋਂ ਜਿੰਨੇ ਵੀ ਆਏ ਸੀ ਉਹਨਾਂ ਨੇ ਇਹ ਚੀਜ਼ਾਂ ਪਹਿਲਾਂ ਕਦੇ ਵੀ ਨਹੀਂ ਦੇਖੀਆਂ ਹੋਣਗੀਆਂ ਜਿਹੜੀਆਂ ਉਹਨਾਂ ਨੇ ਦੇਖਿਆ। ਆਫਟਰ ਟਰੈਵਲਿੰਗ ਫॉर 24 ਈਅਰਸ, ਕਿੰਨੇ ਸਾਲ ਦੀ ਟਰੈਵਲਿੰਗ? 24, ਹਾਂ 24, ਦੈਟ ਇਜ਼ 24 ਸਾਲ ਦੀ ਟਰੈਵਲਿੰਗ ਤੋਂ ਬਾਅਦ, ਯਾਤਰਾ ਤੋਂ ਬਾਅਦ, ਮਾਰਕੋ ਅਲੋਂਗ ਵਿਦ ਹਿਜ਼ ਫਾਦਰ ਐਂਡ ਅੰਕਲ, ਮਾਰਕੋ ਆਪਣੇ ਪਿਤਾ ਅਤੇ ਅੰਕਲ ਦੇ ਨਾਲ ਡਿਸਾਈਡਡ ਟੂ ਰਿਟਰਨ ਟੂ ਵੈਨਿਸ, ਕਿੱਥੇ ਜਾਣ ਦਾ ਉਹਨੇ ਫੈਸਲਾ ਕੀਤਾ? ਵੈਨਿਸ ਜਾਣ ਦਾ ਫੈਸਲਾ ਕੀਤਾ। ਦੇ ਹੈਡ ਲੈਫਟ ਹੋਮ ਇਨ 1271, ਉਹਨਾਂ ਨੇ 1271 ਦੇ ਵਿੱਚ ਘਰ ਛੱਡਿਆ ਸੀ, ਐਂਡ ਫਾਈਨਲੀ ਰਿਟਰਨ ਇਨ 1295, ਅਤੇ 1295 ਦੇ ਵਿੱਚ ਉਹ ਵੈਨਿਸ ਦੁਬਾਰਾ ਚਲੇ ਗਈ। ਅ ਫਿਊ ਈਅਰਸ ਆਫਟਰ ਰਿਟਰਨਿੰਗ ਹੋਮ,
ਕੁਝ ਸਾਲਾਂ ਬਾਅਦ ਘਰ ਜਾਣ ਤੋਂ ਬਾਅਦ ਵੈਨਿਸ ਫੋਰਟ ਅ ਵਾਰ ਵਿਦ ਦਾ ਸਿਟੀ ਆਫ ਜੇਨੂਆ। ਵੈਨਿਸ ਨੇ ਇੱਕ ਯੁੱਧ ਲੜਿਆ ਕਿਹੜੀ ਸਿਟੀ ਨਾਲ? ਜੇਨੂਆ ਦੇ ਨਾਲ। ਮਾਰਕੋ ਵਾਜ਼ ਕੈਪਚਰਡ, ਮਾਰਕੋ ਨੂੰ ਫੜ ਲਿਆ ਗਿਆ। ਐਂਡ ਪੁੱਟੀ ਨੇ ਗੈਨੋਇਜ਼ ਪ੍ਰਿਜ਼ਨ, ਤੇ ਉਹਨੂੰ ਗੈਨੋਇਜ਼ ਪ੍ਰਿਜ਼ਨ ਮਤਲਬ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ। ਹੀ ਵਾਜ਼ ਰਿਲੀਜ਼ਡ ਫਰੋਮ ਪ੍ਰਿਜ਼ਨ ਇਨ 1219, 1299 ਦੇ ਵਿੱਚ ਉਹਨੂੰ ਰਿਲੀਜ਼ ਕੀਤਾ ਗਿਆ, ਮਤਲਬ ਛੱਡਿਆ ਗਿਆ। ਹੀ ਬਿਕਮ ਅ ਵੈਲਦੀ ਮਰਚੈਂਟ, ਉਹ ਬਹੁਤ ਜ਼ਿਆਦਾ ਅਮੀਰ ਵਪਾਰੀ ਬਣ ਗਿਆ। ਹੀ ਮੈਰਿਡ ਅ ਲੇਡੀ ਨੇਮਡ ਡੋਨਾਟਾ ਬੋਡੇਅਰ, ਉਹਨੇ ਇੱਕ ਡੋਨਾਟਾ ਬੋਡੀਅਰ ਨਾਮ ਦੀ ਔਰਤ ਨਾਲ ਵਿਆਹ ਕਰ ਲਿਆ। ਐਂਡ ਹੈਡ 3 ਚਿਲਡਰਨ, ਉਹਦੇ 3 ਬੱਚੇ ਹੋਏ। ਹੀ ਡਾਈਡ ਔਨ 8 ਜਨਵਰੀ 1324 ਐਟ ਦਾ ਏਜ ਆਫ 70, 70 ਸਾਲ ਦੀ ਉਮਰ ਦੇ ਵਿੱਚ 1324 ਈਸਵੀ ਦੀ 8 ਜਨਵਰੀ 1324 ਨੂੰ ਉਹਦੀ ਕੀ ਹੋ ਗਈ ਬੇਟਾ? ਡੈਥ ਹੋ ਗਈ। ਐਂਡ ਬਰੀਡ ਇਨ ਦਾ ਚਰਚ ਆਫ ਸੈਨ ਲੋਰੈਂਜ਼ੋ ਇਨ ਵੈਨਿਸ, ਤੇ ਸੈਨ ਲੋਰੈਂਜ਼ੋ ਇਨ ਵੈਨਿਸ ਦੇ ਵਿੱਚ ਦੀ ਚਰਚ ਦੇ ਵਿੱਚ ਉਹਨੂੰ ਬਰੀਡ ਕਰਨਾ, ਦਫਨਾ ਦਿੱਤਾ ਗਿਆ। ਇਟ ਵਾਜ਼ ਇਨ ਦਾ ਪ੍ਰਿਜ਼ਨ, ਜਦੋਂ ਉਹ ਜੇਲ੍ਹ 'ਚ ਸੀ, ਦੈਟ ਮਾਰਕੋ ਮੈਟ ਏ ਵੈਲ ਨੋਨ ਸਟੋਰੀ ਰਾਈਟਰ, ਉੱਥੇ ਮਾਰਕੋ ਇੱਕ ਬਹੁਤ ਜ਼ਿਆਦਾ ਮਸ਼ਹੂਰ ਕਹਾਣੀ ਲੇਖਕ ਨੂੰ ਮਿਲਿਆ। ਮਾਰਕੋ ਨਰੇਟਿਡ ਡਿਟੇਲ ਸਟੋਰੀਜ਼ ਆਫ ਹਿਸ ਜਰਨੀ ਟੂ ਦਾ ਰਾਈਟਰ, ਮਾਰਕੋ ਨੇ ਆਪਣੀਆਂ ਸਾਰੀਆਂ ਜਿਹੜੀ ਯਾਤਰਾਵਾਂ ਕੀਤੀਆਂ ਸੀ ਉਹ ਸਾਰੀਆਂ ਉਸ ਰਾਈਟਰ ਨੂੰ ਸੁਣਾਈਆਂ। ਹੀ ਰੋਟ ਆਲ ਦਾ ਸਟੋਰੀਜ਼ ਇਨ ਏ ਬੁੱਕ, ਉਹਨੇ ਸਾਰੀਆਂ ਜਿਹੜੀ ਕਹਾਣੀਆਂ ਸੁਣੀਆਂ ਸੀ ਉਹਨੂੰ ਕਿਤਾਬ 'ਚ ਲਿਖਤਾ, ਕਾਲਡ ਦਾ ਟਰੈਵਲਸ ਆਫ ਮਾਰਕੋ ਪੋਲੋ ਦੀਆਂ ਯਾਤਰਾਵਾਂ। ਇਟ ਬਿਕਮ ਅ ਵੈਰੀ ਪੋਪੂਲਰ ਬੁੱਕ, ਇਹ ਬਹੁਤ ਜ਼ਿਆਦਾ ਮਸ਼ਹੂਰ ਬੁੱਕ ਬਣ ਗਈ। ਇਟ ਵਾਜ਼ ਟਰਾਂਸਲੇਟਿਡ ਇਨਟੂ ਮੈਨੀ ਲੈਂਗੁਏਜਸ, ਇਸ ਨੂੰ ਕਈ ਭਾਸ਼ਾਵਾਂ ਦੇ ਵਿੱਚ ਕੀ ਕੀਤਾ ਗਿਆ? ਅਨੁਵਾਦ ਕੀਤਾ ਗਿਆ। ਐਂਡ ਰੀਡ ਥਰੂ ਆਊਟ ਯੂਰਪ, ਅਤੇ ਯੂਰਪ ਤੋਂ ਬਾਹਰ ਵੀ ਇਹਨੂੰ ਕੀ ਕੀਤਾ ਗਿਆ? ਪੜ੍ਹਿਆ ਗਿਆ, ਪੂਰੇ ਯੂਰਪ 'ਚ ਵੀ ਪੜ੍ਹਿਆ ਗਿਆ। ਇਟ ਇਜ਼ ਸੈਡ ਦੈਟ, ਇਹ ਕਿਹਾ ਜਾਂਦਾ ਹੈ ਕ੍ਰਿਸਟੋਫਰ ਕੋਲੰਬਸ, ਜਿਹੜਾ ਕ੍ਰਿਸਟੋਫਰ ਕੋਲੰਬਸ ਸੀਗਾ, ਅਨਦਰ ਐਕਸਪਲੋਰਰ, ਦੂਸਰਾ ਖੋਜੀ, ਵਾਜ਼ ਗ੍ਰੇਟਲੀ ਇੰਸਪਾਇਰਡ ਬਾਈ ਦਿਸ ਬੁੱਕ, ਉਹ ਇਸ ਕਿਤਾਬ ਤੋਂ ਬਹੁਤ ਜ਼ਿਆਦਾ ਕੀ ਹੋਇਆ ਸੀ? ਪ੍ਰਭਾਵਿਤ ਹੋਇਆ ਸੀ। ਇਟ ਇਜ਼ ਬਿਲੀਵਡ ਦੈਟ, ਇਹ ਵਿਸ਼ਵਾਸ ਕੀਤਾ ਜਾਂਦਾ ਹੈ ਦੈਟ ਹੀ ਕੈਰੀਡ ਇਟ ਅਲੋਂਗ ਵਿਦ ਹਿਮ ਔਨ ਦਾ ਟਰੈਵਲਸ, ਕਿ ਉਹਨੇ ਵੀ ਆਪਣੀ ਯਾਤਰਾ ਦੇ ਵਿੱਚ ਉਹ ਕਿਤਾਬ ਕੀ ਆ ਆਪਣੇ ਨਾਲ ਰੱਖੀ, ਵੀ ਉਹ ਨਾਲ ਲੈ ਕੇ ਆਇਆ ਸੀ। ਠੀਕ ਹੈ ਜੀ, ਕ੍ਰਿਸਟੋਫਰ ਕੋਲੰਬਸ ਆਪਣੇ ਨਾਲ ਲੈ ਕੇ ਆਇਆ ਸੀ। ਠੀਕ ਹੈ ਜੀ, ਅੱਛਾ ਲੈਸਨ ਹੈ ਨਾ। ਯਾਨੀ ਇਹਨਾਂ ਨੇ ਇਸ ਲੈਸਨ ਤੋਂ ਅਸੀਂ ਕੀ ਸਿੱਖਦੇ ਹਾਂ? ਵੀ ਆਪਾਂ ਜ਼ਿੰਦਗੀ ਦੇ ਵਿੱਚ ਕਈ ਜਗ੍ਹਾ 'ਤੇ ਜਾਂਦੇ ਹੋ, ਮੰਨ ਲਓ ਹੁਣ ਤੁਸੀਂ ਕੋਈ ਟੂਰ 'ਤੇ ਜਾਂਦੇ ਹੋ, ਤੁਸੀਂ ਸਾਇੰਸ ਸਿਟੀ ਵਗੈਰਾ ਜਾਂਦੇ ਹੋ, ਉੱਥੇ ਤੁਸੀਂ ਆਪਣੇ ਨਾਲ ਨੋਟਬੁੱਕਸ ਵਗੈਰਾ ਕਿਤੇ ਵੀ ਕੁਝ ਲੈ ਕੇ ਜਾਓ। ਇਹਦਾ ਕਾਰਨ ਇਹ ਹੈ ਵੀ ਉੱਥੇ ਤੁਸੀਂ ਜਿਹੜੀ ਚੀਜ਼ ਤੁਹਾਨੂੰ ਮਤਲਬ ਤੁਸੀਂ ਉੱਥੇ ਤੁਹਾਨੂੰ ਜਿਹੜੇ ਗਾਈਡ ਦੱਸ ਰਹੇ ਨੇ ਉਹਨੂੰ ਨੋਟ ਕਰੋ, ਉਹਨੂੰ ਨੋਟ ਡਾਊਨ ਕਰੋ। ਜਦੋਂ ਤੁਸੀਂ ਉਹਨੂੰ ਨੋਟ ਡਾਊਨ ਕਰੋਗੇ ਤੁਹਾਡੇ ਅੰਦਰ ਕਿਉਰਿਓਸਿਟੀ ਪੈਦਾ ਹੋਊਗੀ ਹੋਰ ਵੱਧ ਜਾਣਨ ਦੀ। ਇੰਜੋਏ ਅਲੱਗ ਚੀਜ਼ ਹੈ, ਨੌਲੇਜ ਅਲੱਗ ਚੀਜ਼ ਹੈ, ਦੋਨੋਂ ਚੀਜ਼ਾਂ ਜ਼ਰੂਰਤ ਹੈ। ਐਜ਼ ਅ ਸਟੂਡੈਂਟ ਤੁਹਾਨੂੰ ਨੌਲੇਜ ਗੇਨ ਕਰਨੀ ਬਹੁਤ ਜ਼ਰੂਰੀ ਹੈ, ਇਸ ਕਰਕੇ ਲਾਈਫ 'ਚ ਜੋ ਵੀ ਕੁਛ ਹੈ ਉਹਨੂੰ ਨਾਲ ਦੀ ਨਾਲ ਗੇਨ ਕਰੋ। ਕਿਉਰਿਓਸਿਟੀ ਰੱਖੋ ਵੀ ਮੈਨੂੰ ਇਹ ਵੀ ਪਤਾ ਹੋਣਾ ਚਾਹੀਦਾ, ਮੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਨਾ। ਇਫ ਯੂ ਹੈਵ ਕਿਉਰਿਓਸਿਟੀ, ਜੇ ਤੁਹਾਡੇ ਕੋਲ ਅੰਦਰ ਕਿਉਰਿਓਸਿਟੀ ਹੋਊਗੀ ਤੁਸੀਂ ਹੋਰ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕਰੋਗੇ। ਬਹੁਤ ਅੱਛਾ ਲੈਸਨ ਹੈ। ਜੇ ਮਾਰਕੋ ਪੋਲੋ ਇਹ ਸਾਰੀ ਨਾ ਉਹਨੂੰ ਸਟੋਰੀਜ਼ ਦੱਸਦਾ ਤਾਂ ਆਪਾਂ ਨੂੰ ਕੀ ਪਤਾ ਲੱਗਦਾ ਵੀ ਉੱਥੇ ਜਦੋਂ ਸੱਭਿਅਤਾ ਦਾ ਕੋਈ ਵਿਕਾਸ ਹੀ ਨਹੀਂ ਹੋਇਆ ਸੀ, ਨੋ ਪਲੇਨਸ, ਨੋ ਹੈ ਨਾ ਐਰੋਪਲੇਨਸ ਵਗੈਰਾ, ਨੋ ਟ੍ਰੇਨਸ, ਤਾਂ ਆਪਾਂ ਨੂੰ ਕਿਸੇ ਦੂਸਰੇ ਦੇਸ਼, ਹੁਣ ਆਪਾਂ ਇੱਥੇ ਬੈਠੇ ਆਪਾਂ ਨੂੰ ਦੂਸਰੇ ਦੇਸ਼ ਦਾ ਕੀ ਪਤਾ ਹੈ? ਜਾਂ ਤਾਂ ਆਪਾਂ ਟਰੈਵਲਿੰਗ ਨਾਲ ਪਤਾ ਕਰ ਸਕਦੇ ਹਾਂ, ਅੱਜ ਕੱਲ੍ਹ ਤਾਂ YouTube ਵਗੈਰਾ ਉੱਥੋਂ ਵੀ ਦੇਖ ਸਕਦੇ ਹਾਂ, ਜਾਂ ਆਪਾਂ ਬੁੱਕਸ ਪੜ੍ਹ ਸਕਦੇ ਹਾਂ। ਠੀਕ ਹੈ ਜੀ, ਇਸ ਕਰਕੇ ਕੋਈ ਵੀ ਚੀਜ਼ਾਂ ਨੂੰ ਰਾਈਟ ਡਾਊਨ ਕਰੋ। ਓਕੇ, ਦਿਸ ਇਜ਼ ਅ ਗੁੱਡ ਚੈਪਟਰ। ਥੈਂਕ ਯੂ, ਹੈਵ ਅ ਨਾਈਸ ਡੇ।